ਬੇਦਬੀ ਦਾ ਇਨਸਾਫ ਦਾ ਮਤਲਬ ਤੁਹਾਡੇ ਵਾਸਤੇ ਕੀ ਹੈ? ਇਹਦੇ ਮਾਇਨੇ ਕੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ? ਜਦੋਂ ਲੋਕਾਂ ਨੂੰ ਕਾਂਗਰਸ ਦੇ ਨੁਮਾਇੰਦੇ ਕਹਿੰਦੇ ਕਿ ਇਨਸਾਫ ਦੇਵਾਂਗੇ ਦਵਾਵਾਂਗੇ, ਉਹਦਾ ਮਤਲਬ ਕੀ ਹੁੰਦਾ? ਬਾਦਲ ਪਰਿਵਾਰ ਨੂੰ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਮੰਨਦੇ, ਉਹਨਾਂ ਨੂੰ ਅੰਦਰ ਦੇਣ ਦੀ ਗੱਲ ਕਰਦੇ ਹੋ ਪੰਜਾਬ ਨੂੰ। ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਰਹੇ ਕਿ ਬੇਦਬੀ ਦਾ ਇਨਸਾਫ ਹੋਵੇ? ਕੱਲ ਸੁਖਜਿੰਦਰ ਰੰਧਾਵਾ ਨੇ ਵੀ ਕਹਿਤਾ ਸੀ, ਕਦੋਂ ਕਿਹਾ ਸੀਗਾ ਕਿ ਬਾਦਲਾਂ ਨੂੰ ਅੰਦਰ ਦੇਵਾਂਗੇ। ਮੱਕੜ ਸਾਹਿਬ, ਕਿਸੇ ਵਿਅਕਤੀ ਨੂੰ ਕਾਂਗਰਸ ਦੀ ਪਾਰਟੀ ਦੀ ਸਰਕਾਰ ਦੇ ਵਿੱਚ ਨਾਜਾਇਜ਼ ਅੰਦਰ ਨਹੀਂ ਦਿੱਤਾ ਜਾਏਗਾ। ਤੱਥਾਂ ਦੇ ਆਧਾਰ ਤੇ ਗੁਨੇਗਾਰ ਬਖਸ਼ੇ ਨਹੀਂ ਜਾਣਗੇ। ਕਾਂਗਰਸ ਪਾਰਟੀ ਨੇ ਬੇਖੂਬੀ ਦੇ ਨਾਲ, ਬੜੀ ਖੂਬਸੂਰਤੀ ਦੇ ਨਾਲ ਪ੍ਰੋਕਿਉਰਮੈਂਟ ਪੰਜਾਬ ਦੇ ਅੰਦਰ ਕੀਤੀ। ਫਿਰ ਵੀ ਮੁੱਖ ਮੰਤਰੀ ਲਾਤੇ। ਬੜਾ ਲੰਮਾ ਸੰਘਰਸ਼ ਕੈਪਟਨ ਸਾਹਿਬ ਨੂੰ ਲਾਂਚ ਤੁਹਾਡਾ ਵੀ ਰਿਹਾ। ਪੰਜਾਬੀਆਂ ਨੂੰ ਸਵਾਦ ਆਉਣਾ ਬੜਾ ਜ਼ਰੂਰੀ ਹੈ। ਪੰਜਾਬੀ ਫਾਈਨਾਂਸ ਹੋ ਸਕਦਾ ਮਨਪ੍ਰੀਤ ਬਾਦਲ ਦੀ ਥਾਂ ਤੇ। ਮੈਂ ਫਾਈਨਾਂਸ, ਤੁਸੀਂ ਕਿਤੇ ਤਾਂ ਨਹੀਂ ਕਹੋਗੇ ਖਜ਼ਾਨਾ ਖਾਲੀ ਹੈ? ਖਜ਼ਾਨਾ ਮੰਤਰੀ ਨੂੰ ਖਜ਼ਾਨਾ ਮੁਬਾਰਕ। ਮੈਂ ਕਿਹਾ ਜੇ ਸਵਾਦ ਵਾਲਾ ਮਹਿਕਮਾ ਦੇਤਾ ਤੇ ਫਿਰ ਕੋਈ ਐਸੀ ਗੱਲ ਹੀ ਨਹੀਂ। ਜੇ ਮੰਤਰੀ ਕੁਝ ਕਰ ਹੀ ਨਹੀਂ ਸਕਦਾ ਫਿਰ ਮੰਤਰੀ ਕਾਹਦੇ ਵਾਸਤੇ ਬਣਿਆ? ਰਾਜਾ ਵੜਿੰਗ ਦੇ ਚਿਹਰੇ ਤੇ ਅੱਜ ਵੱਖਰੀ ਖੁਸ਼ੀ ਹੈ। ਮੰਤਰੀ ਬਣਨ ਦੀ ਖੁਸ਼ੀ ਹੁੰਦੀ ਹੈ। ਚੰਨੀ ਸਾਹਿਬ ਮੁੱਖ ਮੰਤਰੀ, ਰਾਜਾ ਵੜਿੰਗ ਮੰਤਰੀ ਨੇ। ਖਾਸ ਤੌਰ ਤੇ ਲੰਬੀ, ਮਲੋਟ, ਮੁਕਤਸਰ ਤੇ ਗਿੱਦੜਵਾ ਇਸ ਇਲਾਕੇ ਨੂੰ ਵੱਧ ਖੁਸ਼ੀ ਹੈ। ਵੜਿੰਗ ਸਾਹਿਬ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਪਹਿਲਾਂ। ਥੈਂਕ ਯੂ ਮੱਕੜ ਸਾਹਿਬ, ਥੈਂਕ ਯੂ। ਹਮੇਸ਼ਾ ਹੀ ਤੁਸੀਂ ਸਾਨੂੰ ਲੋਕਾਂ ਦੇ ਰੂਬਰੂ ਕਰਾਇਆ ਔਰ ਸੱਚ ਦੀ ਆਵਾਜ਼ ਲੋਕਾਂ 'ਚ ਲੈ ਕੇ ਗਏ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਸਵਾਲ ਹੋ ਗਏ ਤੁਹਾਨੂੰ, ਇਹ ਦੱਸੋ ਕਿ ਪੋਜ਼ਿਟਿਵਿਟੀ ਨਾਲ ਕਰੋਗੇ ਕੀ? ਬਹੁਤ ਗੱਲਾਂ ਹੋ ਗਈਆਂ, ਰਾਜਾ ਵੜਿੰਗ ਬਣ ਰਹੇ ਆ, ਪਤਾ ਲੱਗ ਗਿਆ ਕਿ ਹੁਣ ਬਣ ਰਹੇ ਹੋ। ਗੱਲਾਂ ਮੰਚ ਨੇ ਮੱਕੜ ਸਾਹਿਬ, ਬਹੁਤ ਗੱਲਾਂ ਮੰਚ ਨੇ। ਪਹਿਲਾਂ ਅੱਜ ਦਾ ਜਿਹੜਾ ਪੂਰੀ ਪ੍ਰਕਿਰਿਆ ਹੈ ਇਹ ਪੂਰੀ ਹੋ ਜਾਏ ਤੇ ਫਿਰ ਉਹਦੇ ਬਾਰੇ ਸੋਚਾਂਗੇ, ਕਿਉਂਕਿ ਮਗਰਲੇ 4.5 ਸਾਲਾਂ ਚੋਂ ਕਈ ਸਵਾਲ ਨੇ ਮਨ ਦੇ ਵਿੱਚ ਔਰ ਕਈ ਸੁਝਾਅ ਨੇ ਪੰਜਾਬ ਨੂੰ ਬਦਲਣ ਦੇ ਵਿੱਚ, ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨ ਦੇ ਵਿੱਚ। ਉਹਨਾਂ ਤੇ ਅਮਲੀ ਜਾਮਾ ਜਦੋਂ ਬੰਦਾ ਪ੍ਰੋਪਰ ਤੌਰ ਤੇ ਕੁਰਸੀ ਤੇ ਬਹਿ ਜੇ, ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸਾਂਗਾ ਕਿ ਮੇਰੇ ਮਨ 'ਚ ਕੀ ਵਲਵਲੇ ਨੇ ਤੇ ਕੀ ਕਰਨਾ ਚਾਹੁੰਦਾ। ਰਾਹੁਲ ਗਾਂਧੀ ਵਾਲੇ ਖਾਤੇ ਚੋਂ ਹੈ ਜਾਂ ਸਿੱਧੂ ਸਾਹਿਬ ਨਾਲ ਵੀ ਰਿਲੇਸ਼ਨ ਜਿਹੜਾ ਚੰਗਾ ਨਿਭਾਇਆ? ਮੇਰੇ ਯਾਦ ਹੈ ਕਿ ਤੁਸੀਂ ਅਮ੍ਰਿਤਾ ਵੜਿੰਗ ਹੋਣਾ ਨੇ ਸ਼ੁਰੂਆਤ ਕੀਤੀ ਸੀ, ਇੱਕ ਵਾਰ ਮਿਸਿਸ ਆਸ਼ੂ ਨੇ ਵੀ ਟਵੀਟ ਕੀਤੇ ਸੀਗੇ। ਬੜਾ ਲੰਮਾ ਸੰਘਰਸ਼ ਕੈਪਟਨ ਸਾਹਿਬ ਨੂੰ ਲਾਂਚ ਤੁਹਾਡਾ ਵੀ ਰਿਹਾ। ਨਹੀਂ, ਮੈਂ ਕਿਸੇ ਨੂੰ ਲਾਂਚ, ਬਿਕੋਜ਼ ਮੈਂ ਇੱਕ ਡਿਸਪਲਿਨ ਸਿਪਾਹੀ ਹਾਂ। ਮੈਨੂੰ ਜੇ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਮੈਂ ਉਹ ਹਾਈ ਕਮਾਂਡ ਨੂੰ ਜਾਂ ਆਪਦੇ ਲੀਡਰਾਂ ਨੂੰ ਦੱਸ ਦਿੰਦਾ, ਉਹਦਾ ਥੋੜਾ ਵਿਰੋਧ ਵੀ ਕਰ ਦਿੰਦਾ। ਵਿਰੋਧ ਵੀ ਕਰਨਾ, ਲੇਕਿਨ ਦਾਇਰੇ 'ਚ ਰਹਿ ਕੇ। ਅਗਰ ਕੈਪਟਨ ਸਾਹਿਬ ਦੀ ਕੋਈ ਗੱਲ ਬੁਰੀ ਹੁੰਦੀ ਸੀ ਤਾਂ ਮੈਂ ਉਹਦਾ ਵਿਰੋਧ ਕਰ ਦਿਆ ਕਰਦਾ ਸੀ। ਅਗਰ ਹੁਣ ਵੀ ਅਗਰ ਕੋਈ ਸਰਕਾਰ ਦੀ ਗੱਲ ਕੋਈ ਗਲਤ ਹੋਏਗੀ, ਕਿਉਂਕਿ ਰਾਹੁਲ ਗਾਂਧੀ ਨੇ ਸਾਨੂੰ ਸਿਖਾਇਆ ਹੈ ਕਿ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਪਾਰਟੀ ਦੇ ਅੰਦਰ ਔਰ ਤੁਹਾਡੇ 'ਚ ਸੁਣਨ ਦਾ ਮਾਦਾ ਹੋਣਾ ਚਾਹੀਦਾ। ਜੇ ਆਪਣੀ ਹੀ ਪਾਰਟੀ, ਅਗਰ ਤੁਸੀਂ ਪਰਿਵਾਰ ਦੇ ਵਿੱਚ ਕੋਈ ਗਲਤ ਗੱਲ ਹੋ ਰਹੀ ਹੈ ਤੇ ਪਰਿਵਾਰ 'ਚੋਂ ਇੱਕ ਵਿਅਕਤੀ ਖੜਾ ਹੋ ਕੇ ਕਹਿ ਦਿੰਦਾ ਕਿ ਨਹੀਂ ਫਲਾਂ ਗਲਤ ਗੱਲ ਹੈ, ਤੇ ਮੈਨੂੰ ਲੱਗਦਾ ਐਵੇਂ ਜੇ ਸਰਕਾਰ ਦੇ ਵਿੱਚ ਕੋਈ ਗਲਤ ਗੱਲ ਹੋ ਰਹੀ ਹੈ, ਕਈ ਵਾਰੀ ਉਹਦਾ ਅੰਦਾਜ਼ਾ ਨਹੀਂ ਹੁੰਦਾ, ਤੇ ਉਹਦਾ ਵਿਰੋਧ ਕਰਨਾ ਜਾਂ ਉਹਦੇ ਤੇ ਟਿੱਪਣੀ ਕਰਨੀ ਕੋਈ ਮਾੜੀ ਗੱਲ ਨਹੀਂ ਹੈ। ਤੇ ਅਗਰ ਜਿਹੜੀ ਤੁਸੀਂ ਕੋਟੇ ਦੀ ਗੱਲ ਕੀ ਹੈ, ਕੋਈ ਕੋਟਾ ਨਹੀਂ, ਕਾਂਗਰਸ ਪਾਰਟੀ ਕੋਟਾ ਹੈ। ਬਲਾਕ ਸਤਰ ਤੋਂ ਦਰਿਆ ਵਿਛਾ ਕੇ ਜ਼ਿਲ੍ਹੇ ਦਾ ਪ੍ਰਧਾਨ, ਫਿਰ ਵਾਈਸ ਪ੍ਰਧਾਨ ਪੰਜਾਬ ਦਾ, ਫਿਰ ਸਪੋਕਸਪਰਸਨ ਆਲ ਇੰਡੀਆ ਦਾ, ਫਿਰ ਜਨਰਲ ਸੈਕਟਰੀ, ਫਿਰ ਚੁਣਾਵ ਕਾਂਗਰਸ ਦਾ, ਫਿਰ ਦੁਬਾਰਾ ਜਨਰਲ ਸੈਕਟਰੀ ਆਲ ਇੰਡੀਆ ਦਾ, ਫਿਰ ਕਈ ਸੂਬਿਆਂ 'ਚ ਜਾਣ ਦਾ ਮੌਕਾ ਮਿਲਿਆ ਐਂਡ ਉਸ ਤੋਂ ਬਾਅਦ MLA ਬਣਿਆ 2012 'ਚ। ਫਿਰ 12 ਤੋਂ ਬਾਅਦ ਫਿਰ ਮੌਕਾ ਦਿੱਤਾ 3 ਸਾਲ ਪਾਰਟੀ ਨੇ ਆਲ ਇੰਡੀਆ ਪ੍ਰਧਾਨਗੀ ਦਾ। ਸੋ ਅੱਜ ਦੂਜੀ ਵਾਰੀ ਫਿਰ MLA, ਫਿਰ MLA ਤੋਂ ਬਾਅਦ ਫਿਰ ਲੋਕਾਂ ਦੀ ਸੇਵਾ, ਪਾਰਲੀਮੈਂਟ ਦਾ ਚੁਣਾਵ। ਤੇ ਮੈਂ ਸਮਝਦਾ ਮੈਂ ਤਾਂ ਕਾਂਗਰਸ ਪਾਰਟੀ ਦਾ ਦੇਣ ਨਹੀਂ ਦੇ ਸਕਦਾ। ਮੇਰੀ ਸਿਫਾਰਿਸ਼ ਮੈਨੂੰ ਲੱਗਦਾ ਸਾਰੇ ਹੀ ਨੇ, ਸਿੱਧੂ ਸਾਹਿਬ ਵੀ ਨੇ, ਚੰਨੀ ਸਾਹਿਬ ਵੀ ਨੇ, ਤੇ ਆਫਕੋਰਸ ਮੇਰੀ ਪਾਰਟੀ ਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ, ਪ੍ਰਿਯੰਕਾ ਜੀ, ਸੋਨੀਆ ਗਾਂਧੀ। ਬਿਆਨਾਂ ਦਾ ਮੁੱਲ ਤਾਂ ਨਹੀਂ ਮਿਲ ਗਿਆ ਕਿਤੇ? ਤੜਾਗੀਆਂ ਤੋਂ ਲੈ ਕੇ ਤੇ ਖੰਘ ਦੀ ਦਵਾਈ ਤੱਕ ਕਿਤੇ ਉਹ ਸਾਰੀਆਂ ਚੀਜ਼ਾਂ ਰਹੀਆਂ। ਅਕਸਰ ਚਰਚਾ 'ਚ ਰਹਿੰਦੇ ਹੋ ਇਹਨਾਂ ਗੱਲਾਂ ਕਰਕੇ। ਮੈਂ ਮੱਕੜ ਸਾਹਿਬ ਸੱਚ ਬੋਲਣ 'ਚ ਥੋੜਾ ਵਿਸ਼ਵਾਸ ਰੱਖਦਾ। ਮੈਨੂੰ ਕਿਸੇ ਨੇ ਕੱਲ ਪਰਸੋਂ ਪੁੱਛਿਆ ਕਿ ਮੰਤਰੀ ਬਣ ਰਹੇ ਹੋ ਤੁਹਾਡੇ ਵਰਗੇ ਸਾਥੀਆਂ ਨੇ। ਮੈਂ ਕਿਹਾ ਮੇਰੀ ਤਾਂ 4.5 ਸਾਲ ਦੀ ਇੱਛਾ ਹੈ। ਕਈ ਕਹਿਣਗੇ ਨਹੀਂ ਮੇਰੀ ਇੱਛਾ ਨਹੀਂ। ਮੈਂ ਕਿਹਾ ਮੇਰੀ ਤਾਂ 4.5 ਸਾਲ ਦੀ ਇੱਛਾ ਹੈ। ਪਰਮਾਤਮਾ ਕਿਦੋਂ ਪੂਰੀ ਕਰਦਾ ਹੈ ਉਹਨੇ ਕਰਨੀ ਹੈ। ਜਿੱਥੋਂ ਤੱਕ ਬਾਈ ਫਿਰਦੇ ਸੀ ਤੁਸੀਂ? ਨਹੀਂ, ਹਰ ਬੰਦੇ ਦੀ ਇੱਛਾ ਹੁੰਦੀ ਹੈ ਵੀ ਮੈਂ ਅੱਗੇ ਵਧਾਂ। ਜਦੋਂ ਮੈਂ ਇੱਥੇ ਆਉਂਗਾ ਮੇਰੀ ਹੋਰ ਇੱਛਾ ਹੋਏਗੀ ਔਰ ਇੱਛਾ ਪਾਲਣੀ, ਸੁਪਨੇ ਰੱਖਣੇ ਕੋਈ ਮਾੜੀ ਗੱਲ ਨਹੀਂ ਹੈ। ਜਿੱਥੋਂ ਤੱਕ ਤੁਸੀਂ ਖੰਘ ਦੀ ਦਵਾਈ ਦੀ ਗੱਲ ਕੀਤੀ, ਆਈ ਐਮ ਵੈਰੀ ਅਪਫਰੰਟ। ਮੈਂ ਜਦੋਂ ਉੱਥੇ ਗਿਆ ਰਾਜਸਥਾਨ 'ਚ
ਚੁਣਾਵ ਤੇ ਮੈਂ ਲੋਕਾਂ ਨੂੰ ਕਿਹਾ ਕਿ ਐਮਐਲਏ ਇੱਕ ਬਣਾਓਗੇ ਤਾਂ ਦੂਜਾ ਐਮਐਲਏ ਤੁਹਾਨੂੰ ਤੁਹਾਡਾ ਭਰਾ ਮਿਲੇਗਾ ਮੁਫਤ, ਥੋੜੀ ਸੇਵਾ ਕਰਿਆ ਕਰਾਂਗਾ, ਪਕੌੜੇ ਖਵਾਵਾਂਗਾ, ਚਾਹ ਪਿਆਵਾਂਗਾ। ਉਹ ਬਾਬਾ ਜੀ ਇੱਕ ਬੈਠੇ ਸੀ, ਉਹ ਕਹਿੰਦੇ ਯਾਰ ਹਾਲਾਂਕਿ ਮੈਂ ਕਦੇ ਸ਼ਰਾਬ ਦਾ ਸੇਵਨ ਨਹੀਂ ਕੀਤਾ, ਉਹ ਕਹਿੰਦੇ ਯਾਰ ਜੇ ਸ਼ਾਮ ਨੂੰ ਆਈਏ, ਮੈਂ ਕਿਹਾ ਜੀ ਤੁਹਾਨੂੰ ਸ਼ਾਮ ਨੂੰ ਸੇਵਾ ਵੀ ਕਰਾਂਗੇ ਜਿਵੇਂ ਪੰਜਾਬੀਆਂ ਦੀ ਫਿਤਰਤ ਹੈ। ਕਹਿ ਦੇਣੀ ਤੇ ਕਰ ਦੇਣੀ ਵਨ ਐਂਡ ਦੀ ਸੇਮ ਥਿੰਗ। ਕੋਈ ਕਹਿੰਦੇ ਨਹੀਂ, ਉਹ ਘਰੇ ਕਰੀ ਜਾਂਦੇ ਹੈ। ਮੈਂ ਕਦੇ ਇਹੋ ਜਿਹਾ ਕੰਮ ਕੀਤਾ ਨਹੀਂ। ਮੇਰਾ ਕਹਿਣਾ ਹੈ ਕਿ ਲੀਡਰ ਉਹ ਹੋਣਾ ਚਾਹੀਦਾ ਜਿਹਨੂੰ ਜਿਹਦੇ ਬਾਰੇ ਕੀ ਖਾਂਦਾ ਕੀ ਪੀਂਦਾ ਹੈ ਉਹ ਖੁੱਲੀ ਕਿਤਾਬ ਹੋਣੀ ਚਾਹੀਦੀ ਹੈ। ਉਹ ਝੂਠਾਂ ਦਾ ਵਿਚਾਰ ਉਹ ਢਿੱਡ 'ਚ ਨਹੀਂ ਹੋਣਾ ਚਾਹੀਦਾ, ਜੋ ਹੈ ਤੁਹਾਡੇ ਸਾਹਮਣੇ ਹੋਣਾ। ਜਿੱਥੋਂ ਤੱਕ ਤੜਾਗੀਆਂ ਦੀ ਗੱਲ ਹੈ, ਉਹ ਹਮੇਸ਼ਾ ਮੇਰੇ ਤੇ ਕਈ ਲੋਕਾਂ ਨੇ ਕੀਤੀ, ਮੈਂ ਕਦੇ ਇਹ ਗੱਲ ਕਹੀ ਨਹੀਂ। ਮੇਰੀ ਉਹ ਪੂਰੀ ਜਿਹੜੀ ਵੀਡੀਓ ਹੈ ਦੈਟ ਇਜ਼ ਵਿਦ ਜਗਬਾਣੀ, ਕੁਦਰਤੀ ਮੇਰੀ ਕਿਸਮਤ ਚੰਗੀ ਨੂੰ ਉੱਥੇ ਜਗਬਾਣੀ ਚੈਨਲ ਨੇ ਉਹ ਪੂਰੀ ਚਲਾਈ, ਜਿਹਦੇ 'ਚ ਮੈਂ ਲਿਖਿਆ ਸੀ ਅੱਜ ਕੱਲ ਦੀਆਂ ਪਾਰਟੀਆਂ ਇਹੋ ਜਿਹੇ ਵਾਅਦੇ ਕਰਦੀਆਂ। ਮੈਂ ਅਖੀਰ ਤੇ ਇਹ ਗੱਲ ਕਹੀ ਸੀ, ਕੰਟੈਕਸਟ ਕੁਝ ਹੋਰ ਸੀ ਤੁਹਾਡੀ ਵੀ ਇਹ ਕਿਸੇ ਨੇ ਵੀ ਨਹੀਂ ਪੂਰੀ ਕਰਨੀ। ਲੋਕ ਤਾੜੀਆਂ ਮਾਰ ਰਹੇ ਸੀ। ਮੈਂ ਕਿਹਾ ਤੁਸੀਂ ਪੁੱਛੋ ਵੀ ਇਹ ਪੂਰੀ ਕਿੱਦਾਂ ਕਰੇਗਾ, ਤੜਾਗੀਆਂ ਦੇਵਾਂਗਾ ਕਿੱਦਾਂ, ਤੁਸੀਂ ਪੁੱਛੋ ਨੋਵਾ ਗੱਡੀ ਆਏਗੀ ਕਿੱਥੋਂ, ਪਰ ਤੁਸੀਂ ਸੁਣਦੇ ਹੋ ਤੇ ਤਾੜੀ ਮਾਰ ਦਿੰਦੇ ਹੋ। ਉਹ ਲਾਸਟ ਤੇ ਮੈਨੂੰ ਕਿਹਾ ਸੀ ਕਿ ਇਹ ਕੱਲ ਕੋਈ ਵੀ ਪੂਰੀ ਨਹੀਂ ਹੋਣੀ। ਦੈਟ ਇਜ਼ ਅ ਰਿਕਾਰਡ ਇਨ ਜਗਬਾਣੀ ਜਿਹੜਾ ਉਹਦੇ ਤੇ। ਕੀ ਤੁਹਾਨੂੰ ਲੱਗਦਾ ਇਸ ਗੱਲ ਤੋਂ ਕਹਿ ਰਿਹਾ ਸਮਾਰਟਫੋਨ ਦਾ ਵਾਅਦਾ ਸੀ, ਹੋਰ ਬਹੁਤ ਸਾਰੇ ਵਾਅਦੇ, ਕੁੜੀਆਂ ਦੀ ਸਿੱਖਿਆ ਪੂਰੀ ਫ੍ਰੀ ਕਰ ਦੇਣੀ, ਇਹ ਉਦੋਂ ਸੋਚਿਆ ਨਹੀਂ ਗਿਆ, ਪਪੂਲਿਸਟ ਵਾਅਦੇ ਦੇਤੇ, ਪੂਰੇ ਨਹੀਂ ਕਰ ਸਕੀ ਪਾਰਟੀ? ਨਹੀਂ, ਸਮਾਰਟਫੋਨ ਦਿੱਤੇ ਮੈਂ ਸਮਝਦੀ ਉਹਦਾ ਕਿਹਾ ਸੀ ਕਿ ਬਿਲਕੁਲ ਨਾ ਦਿਓ, ਕੋਈ ਲੋੜ ਨਹੀਂ ਹੈ, ਐਵਰੀਬਾਡੀ ਹੈਵ ਦਾ ਸਮਾਰਟਫੋਨ, ਹਰ ਕੋਲੇ ਹੈਗਾ। ਬਟ ਫਿਰ ਵੀ ਸਰਕਾਰ ਨੇ ਸਮਾਰਟਫੋਨਸ ਲੋਕਾਂ ਨੂੰ 10ਵੀਂ 12ਵੀਂ ਦੇ ਸਟੂਡੈਂਟਸ ਨੂੰ ਜਾ ਕੇ ਦਿੱਤੇ। ਐਂਡ ਜਿਹੜੇ ਵਾਅਦੇ ਕੀਤੇ ਸੀ, ਕੁਝ ਵਾਅਦੇ ਵਾਕਈ ਅਸੀਂ ਫਾਈਨੈਂਸਿਸ ਨੂੰ ਦੇ ਕੇ, ਤੁਸੀਂ ਦੇਖੋ ਅਸੀਂ 2000 ਪੈਨਸ਼ਨ ਦਾ ਵਾਅਦਾ ਕੀਤਾ ਸੀ, ਬਟ ਅਸੀਂ 1500 ਕੀਤੀ। ਇਫ ਯੂ ਕੈਨ ਸਾਨੂੰ ਕੰਪੇਅਰ ਵਿਦ ਦਾ ਅਕਾਲੀ ਦਲ ਗਵਰਨਮੈਂਟ, ਉਹਨਾਂ ਨੇ 10 ਸਾਲਾਂ 'ਚ 250 ਵਧਾਈ, ਅਸੀਂ 4.5 ਸਾਲਾਂ 'ਚ 1000 ਵਧਾਈ। ਸੇਮ ਵਿਦ ਸ਼ਗਨ ਸਕੀਮ, ਅਸੀਂ 51000 ਦਾ ਵਾਅਦਾ ਕੀਤਾ ਸੀ, ਅਸੀਂ ਪੂਰਾ ਕੀਤਾ। ਉਹਨਾਂ ਨੇ 15000 ਹੀ ਉਹ ਰੱਖਿਆ। ਐਂਡ ਫਸਲਾਂ ਅਸੀਂ 9.5 ਫਸਲਾਂ ਟੌਪ ਪ੍ਰਾਇੋਰਟੀ ਤੇ, ਈਵਨ ਇਨ ਕਰੋਨਾ ਕਾਂਗਰਸ ਪਾਰਟੀ ਨੇ ਬੇਖੂਬੀ ਦੇ ਨਾਲ, ਬੜੀ ਖੂਬਸੂਰਤੀ ਦੇ ਨਾਲ ਪ੍ਰੋਕਿਉਰਮੈਂਟ ਪੰਜਾਬ ਦੇ ਅੰਦਰ ਕੀਤੀ। ਫਿਰ ਵੀ ਮੁੱਖ ਮੰਤਰੀ ਲਾਤੇ ਨਹੀਂ, ਇੰਨੇ ਕੰਮ ਕੀਤੇ ਫਿਰ ਵੀ ਲਾਤੇ, ਤੁਸੀਂ ਕੰਮ ਗਿਣਾ ਰਹੇ ਹੋ। ਮੱਕੜ ਸਾਹਿਬ, ਹਰ ਬੰਦੇ ਦਾ ਦੌਰ ਹੁੰਦਾ ਹੈ, ਦੌਰ। ਹੁਣ ਜ਼ਰੂਰੀ ਨਹੀਂ ਹੈ ਕਿ ਜਿਹੜੇ ਮੰਤਰੀ ਚਲੇ ਗਏ ਉਹਨਾਂ ਨੇ ਕੰਮ ਨਹੀਂ ਕੀਤੇ ਵਿਚਾਰਿਆਂ ਨੇ। 9.5 ਸਾਲ ਪੰਜਾਬ ਦੇ ਇਤਿਹਾਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਰਿਹਾ, ਪਹਿਲਾ ਮੈਨੂੰ ਲੱਗਦਾ ਕਿ ਚੀਫ ਮਿਨਿਸਟਰ ਜਿਹਨੇ 9.5 ਸਾਲ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਗੁਜ਼ਾਰੇ ਹੋਣ, ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਹੇ। ਸਮਾਂ ਹੈ ਯਾਰ, ਜਾਣਾ ਹੈ, ਲੋਕਾਂ ਨੂੰ ਵੀ ਅੱਗੇ ਅੱਗੇ ਮੌਕਾ ਦੇਣਾ ਚਾਹੀਦਾ ਹੈ। ਹੁਣ ਮੈਂ ਬੇਅਦਬੀ ਦਾ ਇਨਸਾਫ ਦਾ ਮਤਲਬ ਤੁਹਾਡੇ ਵਾਸਤੇ ਕੀ ਹੈ, ਇਹਦੇ ਮਾਇਨੇ ਕੀ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ? ਜਦੋਂ ਲੋਕਾਂ ਨੂੰ ਕਾਂਗਰਸ ਦੇ ਨੁਮਾਇੰਦੇ ਕਹਿੰਦੇ ਕਿ ਇਨਸਾਫ ਦੇਵਾਂਗੇ ਦਵਾਵਾਂਗੇ, ਉਹਦਾ ਮਤਲਬ ਕੀ ਹੁੰਦਾ ਹੈ? ਦੇਖੋ ਜੀ, ਬਹੁਤ ਸਾਰੇ ਜਿਹੜੇ ਕਲਪਰੇਟਸ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ, ਬਿਕੋਜ਼ ਜਿਹੜੀਆਂ ਟੈਕਨੀਕਲਸ ਚੀਜ਼ਾਂ ਨੇ ਉਹ ਮੈਨੂੰ ਉਹਦੇ ਵਿੱਚ ਨਹੀਂ ਪਤਾ ਕਿ ਬੇਅਦਬੀ ਦੇ ਅੰਗ ਥਾਂ ਤੇ ਖਿਲਾਰੇ ਗਏ ਉਹ ਕਿੰਨਾ ਲੋਕਾਂ ਨੇ, ਕਿਉਂਕਿ ਉਹ ਪੁਲਿਸ ਨੂੰ ਜਾਂ ਸਿੱਟ ਨੂੰ ਪਤਾ ਹੋਏਗਾ ਵੀ ਉਹਦੇ ਵਿੱਚ ਕਿਹੜੇ ਲੋਕ ਹਿੱਸੇ 'ਚ ਜਿਨ੍ਹਾਂ ਨੇ ਇਹ ਕੰਮ ਕੀਤਾ, ਉਹ ਕੌਣ ਸੀ ਉਹ ਕਲਪਰੇਟ। ਇੱਕ ਤਾਂ ਉਹ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਮੇਰੇ ਗੁਰੂ ਦੀ ਬੇਅਦਬੀ ਕੀਤੀ ਹੈ। ਦੂਸਰਾ, ਇੱਕ ਬਾਈਬਲ ਕਲਾਕਾਂਡ ਜਿੱਥੇ ਗੋਲੀ ਚੱਲੀ, ਜਿੱਥੇ 2 ਨਿਹੱਥਿਆਂ ਨੂੰ ਮਾਰ ਦਿੱਤਾ ਗਿਆ, ਜਿੱਥੇ ਦਿਖਾਇਆ ਗਿਆ ਕਿ डिफेंस ਦੇ ਵਿੱਚ ਗੋਲੀ ਚਲਾਈ ਹੈ। ਇਹ ਪਤਾ ਨਹੀਂ ਹੈ, ਹੁਣ ਸਿੱਟ ਇਨਕੁਆਇਰੀ ਦੁਆਰੇ ਕਰ ਰਹੀ ਹੈ ਕਿ ਉਹ ਗੋਲੀ ਡਿਫੈਂਸ 'ਚ ਚੱਲੀ ਕਿ ਨਹੀਂ ਚੱਲੀ। ਜਦੋਂ ਪਹਿਲੀਆਂ ਰਿਪੋਰਟਾਂ ਸੀ ਕਿਸੇ ਨੇ ਕਿਹਾ ਉਹ ਗੋਲੀ ਡਿਫੈਂਸ ਚੱਲੀ ਨਹੀਂ ਹੈ। ਸੋ ਮੈਂ ਸਮਝਦਾ ਵੀ ਉਹ ਡਿਫੈਂਸ 'ਚ ਚੱਲੀ ਨਹੀਂ ਤੇ ਫਿਰ ਬੰਦਿਆਂ ਨੂੰ ਕਿਉਂ ਇਸ ਤਰ੍ਹਾਂ ਬਾਦਲਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ? ਕੀਤਾ ਗਿਆ ਬਾਦਲ ਪਰਿਵਾਰ ਨੂੰ, ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੂੰ ਦੋਸ਼ੀ ਮੰਨਦੇ ਹੋ? ਮੈਂ 100% ਉਸ ਵੇਲੇ ਦੇ ਗ੍ਰਹਿ ਮੰਤਰੀ ਨੂੰ, ਜਿਹੜੀ ਉਹ ਸਾਰਾ ਘਟਨਾਕ੍ਰਮ ਸੀਗਾ, ਜਿਹੜਾ ਉਹ ਲਾਠੀ ਚਾਰਜ ਹੋਇਆ, ਕਿਉਂਕਿ ਗ੍ਰਹਿ ਮੰਤਰੀ ਨੂੰ ਪੁੱਛੇ ਬਿਨਾ, ਐਸਐਸਪੀ ਨੂੰ ਪੁੱਛੇ ਬਿਨਾ ਔਰ ਐਸਐਚਓ ਲਾਠੀ ਚਾਰਜ ਨਹੀਂ ਕਰਦਾ। ਸੋ ਐਡੀ ਵੱਡੀ ਮੂਵਮੈਂਟ ਤੇ ਲਾਠੀ ਚਾਰਜ ਕੀਤਾ ਗਿਆ, ਐਡੀ ਵੱਡੀ ਮੂਵਮੈਂਟ ਸੀਗੀ ਉਹ, ਜੋ ਉਦੋਂ ਬਾਅਦ ਗੋਲੀਆਂ ਚੱਲੀਆਂ ਤੇ ਸੁਖਬੀਰ ਸਿੰਘ ਬਾਦਲ ਇਹ ਕਹੇ ਕਿ ਮੈਨੂੰ ਪਤਾ ਹੀ ਨਹੀਂ ਵੀ ਹੋਇਆ ਕੀ ਹੈ, ਇਹ ਹਜਮ ਨਹੀਂ ਹੁੰਦਾ। ਉਹਨਾਂ ਨੂੰ ਅੰਦਰ ਦੇਣ ਦੀ ਗੱਲ ਕਰਦੇ ਹੋ ਪੰਜਾਬ ਨੂੰ ਤੁਸੀਂ? ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ। ਉਹਦਾ ਕਾਰਨ ਇਹ ਹੈ ਕਿ ਇਹ ਟੈਕਨੀਕਲ ਗੱਲਾਂ ਹੈ। ਅਗਰ ਉਹਨਾਂ ਦੇ ਖਿਲਾਫ ਸਬੂਤ ਤੇ ਤੱਥ ਹੋਣਗੇ, ਅਗਰ ਉਹਨਾਂ ਨੇ ਕੋਈ ਗਲਤੀ ਕੀਤੀ ਹੋਗੀ ਤਾਂ 100% ਮੈਨੂੰ ਲੱਗਦਾ ਹੈ ਭਾਸ਼ਾ ਬਦਲੀ ਹੈ। 2017 ਦੀਆਂ ਚੋਣਾਂ ਤੋਂ ਪਹਿਲਾਂ ਸਟੇਜਾਂ ਤੋਂ ਕਿਹਾ ਗਿਆ ਗੁੱਟ ਤੋਂ ਫੜ ਕੇ ਅੰਦਰ ਦੇਵਾਂਗੇ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ, ਲਗਾਤਾਰ ਪਾਰਟੀ ਕਹਿੰਦੀ ਆਈ। ਹੁਣ ਫਿਰ ਇੱਕਦਮ ਪਲਟੀ। ਨਵਜੋਤ ਸਿੰਘ ਸਿੱਧੂ ਕੀ ਕਹਿੰਦੇ ਰਹੇ ਕਿ ਬੇਅਦਬੀ ਦਾ ਇਨਸਾਫ ਹੋਵੇ। ਕੱਲ ਸੁਖਜਿੰਦਰ ਰੰਧਾਵਾ ਨੇ ਵੀ ਕਹਿਤਾ ਸੀ, ਕਦੋਂ ਕਿਹਾ ਸੀਗਾ ਕਿ ਬਾਦਲਾਂ ਨੂੰ ਅੰਦਰ ਦੇਵਾਂਗੇ। ਬੇਅਦਬੀ ਦੇ ਇਨਸਾਫ ਦੀ ਗੱਲ ਕੀਤੀ। ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਮੀਡੀਆ ਤੇ ਕਹੀਏ ਕਿ ਬਾਦਲਾਂ ਨੂੰ ਅੰਦਰ ਨਹੀਂ? ਬਿਲਕੁਲ ਸਪਸ਼ਟ ਕਰੋ, ਅਸੀਂ ਇਹ ਚਾਹੁੰਦੇ ਹਾਂ ਕਿ ਸਪਸ਼ਟ ਕਰੋ
ਮੱਕੜ ਸਾਹਿਬ ਕਿਸੇ ਵਿਅਕਤੀ ਨੂੰ ਕਾਂਗਰਸ ਦੀ ਪਾਰਟੀ ਦੀ ਸਰਕਾਰ ਦੇ ਵਿੱਚ ਨਜਾਇਜ਼ ਅੰਦਰ ਨਹੀਂ ਦਿੱਤਾ ਜਾਏਗਾ। ਬੀਟ ਸੁਖਬੀਰ ਬਾਦਲ, ਬੀਟ ਮਜੀਠੀਆ, ਬੀਟ ਰਾਜਾ ਵੜਿੰਗ। ਪਰ ਹਾਂ, ਅਗਰ ਕੋਈ ਗੁਨੇਗਾਰ ਹੋਏਗਾ, ਅਗਰ ਕੋਈ ਗੁਨੇਗਾਰ ਕਾਗਜ਼ਾਂ ਤੇ ਕਾਨੂੰਨ ਦੇ ਨਜ਼ਰਾਂ 'ਚ ਗੁਨੇਗਾਰ ਹੋਏਗਾ ਤਾਂ ਉਹਨੂੰ ਅੰਦਰ ਭੇਜਣ ਦਾ ਕੰਮ ਭਾਵੇਂ ਉਹ ਰਾਜਾ ਵੜਿੰਗ ਆ ਭਾਵੇਂ ਕੋਈ ਆ, ਉਹਨੂੰ ਜਾਣਾ ਪਏਗਾ। ਝੋਲੀਆਂ ਜਿਹੜੀਆਂ ਅੱਡੀਆਂ ਸੀ ਇਨਸਾਫ ਦੀਆਂ, ਉਹ ਫਿਰ ਕਿਹੜੀਆਂ ਸੀਗੀਆਂ? ਉਹ ਕਿਹਦੇ ਵਾਸਤੇ ਸੀਗੀਆਂ? ਬੰਦੇ ਤਾਂ ਰੈਕੋਗਨਾਈਜ਼ ਕੀਤੇ ਹੋਣੇ ਆ ਤੁਸੀਂ। ਮੈਂ ਰੈਕੋਗਨਾਈਜ਼ ਹੀ, ਮੈਂ ਜਿਵੇਂ ਆਮ ਲੋਕ ਝੋਲੀਆਂ ਆੜਦੇ ਆ, ਆਮ ਲੋਕਾਂ ਨੇ ਕਿਹਾ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸੇਮ ਵੇ ਰਾਜਾ ਵੜਿੰਗ ਵੀ ਕਹਿੰਦਾ ਕਿ ਬੇਅਦਬੀ ਦਾ ਇਨਸਾਫ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਕੌਣ ਗੁਨੇਗਾਰ ਸੀ? ਉਹਦਾ ਤੱਥਾਂ ਦੇ ਆਧਾਰ ਤੇ ਸਬੂਤ, ਤੱਥਾਂ ਦੇ ਆਧਾਰ ਤੇ ਉਹ ਐਵਰੀਥਿੰਗ ਲੋਕਾਂ ਦੇ ਸਾਹਮਣੇ ਹੋਣੀ ਚਾਹੀਦੀ ਹੈ, ਜਿਹੜੀ ਕਿ ਹਜੇ ਥੋੜਾ ਭੰਬਲ ਭੂਸਾ ਹੈ। ਔਰ ਮੈਨੂੰ ਉਮੀਦ ਹੈ ਤੱਥਾਂ ਦੇ ਆਧਾਰ ਤੇ ਗੁਨੇਗਾਰ ਬਖਸ਼ੇ ਨਹੀਂ ਜਾਣਗੇ। ਤੁਸੀਂ ਵਾਈਟ ਪੇਪਰ ਜਾਰੀ ਕਰਨ ਦੀ ਵੀ ਪੰਜਾਬ ਸਰਕਾਰ ਅਕਸਰ ਚਰਚਾ ਡਰੱਗ ਦੇ ਮੁੱਦੇ ਤੇ ਵੀ ਹੁੰਦੇ ਰਹੇ ਹੈ, ਪੋਰਟਫੋਲੀਓਜ਼ ਵੰਡੇ ਜਾਣੇ, ਤੁਸੀਂ ਇੱਕ ਅੱਜ ਕਹਿੰਦੇ ਹੋ ਕਿ ਮਿਨਿਸਟਰੀ ਆਫ ਹੋਮ ਅਫੇਅਰ ਜਿਹਦੇ ਕੋਲੇ ਵੀ ਹੋਊਗੀ, ਚਾਹੇ ਉਹ ਰੰਧਾਵਾ ਸਾਹਿਬ ਕੋਲੇ ਹੋਵੇ, ਚਾਹੇ ਸੀਐਮ ਆਪਦੇ ਕੋਲ ਰੱਖਣ, ਉਹ ਪੰਜਾਬ ਦੇ ਲੋਕਾਂ ਨੂੰ ਜ਼ਿੰਮੇਦਾਰ ਹੋਣਗੇ ਜਦੋਂ ਅਗਲੀਆਂ ਚੋਣਾਂ ਜਾਓਗੇ ਜੇ ਇਨਸਾਫ ਨਹੀਂ ਹੁੰਦਾ ਤਾਂ? ਮੈਨੂੰ 100% ਉਮੀਦ ਹੈ। ਤੁਸੀਂ ਇਹ ਗੱਲ ਨਾ ਕਰੋ ਕਿਉਂਕਿ ਇਹ ਨਵੀਂ ਸ਼ੁਰੂਆਤ ਹੈ, ਨਵੀਂ ਪਾਰੀ ਹੈ। ਜੇ ਇਨਸਾਫ ਨਹੀਂ ਹੁੰਦਾ ਤਾਂ 101% ਪੰਜਾਬ ਦੇ ਲੋਕ ਸੰਤੁਸ਼ਟ ਹੋਣਗੇ ਤੇ ਅਸੀਂ ਉਹਨਾਂ ਨੂੰ ਇਨਸਾਫ ਦਿਵਾਵਾਂਗੇ। ਤੁਸੀਂ ਇਹ ਵਾਅਦਾ ਕਰਦੇ ਹੋ? 100% ਮੇਰਾ ਤਾਂ ਵਾਅਦਾ ਹਮੇਸ਼ਾ ਰਿਹਾ। ਤੁਹਾਡਾ ਪੋਰਟਫੋਲੀਓ ਕਿਹੜਾ? ਤੁਸੀਂ ਕੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਤਾਂ ਕਹਿਣਾ ਕਿ ਮੈਂ ਮੰਤਰੀ ਬਣਨਾ ਹੈ, ਤੁਹਾਡੇ ਇਹ ਵੀ ਦਿਲ 'ਚ ਹੋਊਗਾ ਕਿ ਫਲਾਨਾ ਮਹਿਕਮਾ ਲੈਣਾ ਹੈ? ਮੈਂ ਤੁਹਾਨੂੰ ਕਿਹਾ ਹੈ ਕਿ ਮਨ ਦੀ ਇੱਛਾ ਹੈ, ਫਿਰ ਮੈਂ ਕਹੂੰਗਾ ਤਾਂ ਕਈ ਲੋਕ ਹੋਰ ਨਾਰਾਜ਼ ਹੋ ਜਾਣਗੇ। ਮੈਂ ਤਾਂ ਕਹਿੰਦਾ ਮੈਨੂੰ ਕੋਈ ਪਰਵਾਹ ਕਦੋਂ ਕਰਦੇ ਹੋ ਲੋਕਾਂ ਦੇ ਨਾਰਾਜ਼ ਹੋਣ ਦੀ? ਚੰਗਾ ਜਿਹਾ ਕਹਿ ਦਿਓ ਤੁਸੀਂ। ਮੈਨੂੰ ਮੱਕੜ ਸਾਹਿਬ ਇਹੋ ਜਿਹਾ ਹੋ ਕੇ ਉਹ ਗੱਲਾਂ ਬੋਲ ਦਿੰਦੇ ਹੋ। ਚੰਗਾ ਜਿਹਾ ਮਹਿਕਮਾ ਮਿਲ ਜੇ। ਚੰਗੇ ਤੋਂ ਕੀ ਭਾਵ ਹੁੰਦਾ? PWD ਹੋ ਗਿਆ, ਹੈਲਥ ਚਾਹੀਦਾ ਹੈ ਤੁਹਾਨੂੰ, ਐਜੂਕੇਸ਼ਨ ਚਾਹੀਦਾ ਹੈ, ਜਿਹਦੇ ਨਾਲ ਲੋਕਾਂ ਨੂੰ ਸਵਾਦ ਆ ਜੇ, ਲੋਕ ਕਹਿਣ ਵੀ ਯਾਰ ਵਾਕਿਆ ਨਜ਼ਾਰੇ ਲਿਆ, ਸਵਾਦ ਆ ਜੇ। ਪੰਜਾਬੀਆਂ ਨੂੰ ਸਵਾਦ ਆਉਣਾ ਬੜਾ ਜ਼ਰੂਰੀ ਹੈ। ਪੰਜਾਬੀ ਫਾਈਨਾਂਸ ਹੋ ਸਕਦਾ ਮਨਪ੍ਰੀਤ ਬਾਦਲ ਦੀ ਥਾਂ ਤੇ। ਮੈਂ ਫਾਈਨਾਂਸ, ਤੁਸੀਂ ਕਿਤੇ ਤਾਂ ਨਹੀਂ ਕਹੋਗੇ ਖਜ਼ਾਨਾ ਖਾਲੀ ਹੈ? ਖਜ਼ਾਨਾ ਮੰਤਰੀ ਨੂੰ ਖਜ਼ਾਨਾ ਮੁਬਾਰਕ ਮੈਂ ਕਦੇ ਨਹੀਂ ਕਹਾਂ। ਮੈਨੂੰ ਕੋਈ ਵੀ ਮਹਿਕਮੇ ਤੇ ਬਿਠਾ ਦਿਓਗੇ, ਮੈਂ ਕਦੇ ਨਹੀਂ ਕਹਾਂਗਾ ਕਿ ਸਵਾਦ ਆਊਗਾ ਕਿਵੇਂ? ਇਹੀ ਤਾਂ ਸਵਾਲ ਹੈ। ਫਿਰ ਤਾਂ ਫਾਈਨਾਂਸ ਤੇ ਬਿਠਾ ਦਿੰਨੇ ਆ, ਪਰ ਤੁਸੀਂ ਨਾ ਕੱਲ ਨੂੰ ਕਿਹਾ ਜੇ ਹਰੇਕ ਗੱਲ ਤੇ ਵੀ ਖਜ਼ਾਨਾ ਖਾਲੀ ਹੈ। ਨਹੀਂ, ਮੈਂ ਕਦੇ ਨਹੀਂ, ਮੈਂ ਕਿਹਾ ਮੈਨੂੰ ਤੁਸੀਂ ਭਾਵੇਂ ਕੋਈ ਮਹਿਕਮਾ ਦੇ ਦਿਓ, ਮੈਂ ਨਹੀਂ ਕਹਾਂਗਾ ਕਿ ਇਹਦੇ ਵਿੱਚ ਕੋਈ ਨਵੀਂ ਤਬਦੀਲੀ ਨਹੀਂ ਲਿਆ ਸਕਦਾ, ਨਵਾਂ ਕੰਮ ਨਹੀਂ ਕਰ ਸਕਦਾ। ਸੋ ਮੈਂ ਉਹੀ ਕਹਿਣਾ ਕਿ ਜਿਹਦੇ ਚ ਲੋਕਾਂ ਨੂੰ ਸਵਾਦ ਆ ਜੇ, ਲੋਕਾਂ ਨੂੰ ਪਤਾ ਹੈ, ਆ ਤੁਹਾਡੇ ਸਾਹਮਣੇ ਖੜੇ ਹੱਸਣ ਲੱਗ ਪਏ ਐ, ਤੇ ਨਾਲੇ ਜਿਹੜੀਆਂ ਤੁਸੀਂ ਮੈਨੂੰ ਗੱਲਾਂ ਕੀਤੀਆਂ ਇਹਦਾ ਜਵਾਬ ਆਟੋਮੈਟਿਕਲੀ ਮਿਲ ਜਾਏਗਾ। ਮੈਨੂੰ ਸਵਾਦ ਆ ਜੇ ਉਹ ਜਾਂ ਮਹਿਕਮਾ ਮਿਲ ਜੇ। ਪਰ ਫਿਰ ਵੀ ਇੱਕ ਤਾਂ ਤੁਸੀਂ ਹੋਮ ਅਫੇਅਰਸ ਚਾਹੁੰਦੇ ਹੋ, ਨਹੀਂ ਸਾਹਿਬ ਦੇ ਅੰਡਰ ਚਾਹੁੰਦੇ ਹੋ? ਮੈਂ ਕਹਿ ਰਿਹਾ ਕਿ ਸਵਾਦ ਆ ਜੇ, ਨਾਲੇ ਪੱਤਰਕਾਰਾਂ ਨੂੰ ਆਏਗਾ, ਨਾਲੇ ਡੀਜੀਪੀ ਤੁਹਾਨੂੰ ਰਿਪੋਰਟ ਕਰਨ, ਔਨ 에ਅਰ ਨੂੰ ਵੇਖਣ ਵਾਲਿਆਂ ਨੂੰ ਸਵਾਦ ਆਏਗਾ, ਤੇ ਨਾਲੇ ਜਦੋਂ ਮੱਕੜ ਸਾਹਿਬ ਇੰਟਰਵਿਊ ਕਰਨ ਜਾਇਆ ਕਰੇਗਾ ਰਾਜੇ ਵੜਿੰਗ ਦੀ, ਤੇ ਉਹਦੀ ਹਰ ਗੱਲ ਦਾ ਜਵਾਬ, ਜਿਹੜੀ ਮੱਕੜ ਸਾਹਿਬ ਦੀ ਭਾਵਨਾ ਹੈ ਵੀ ਉਹਨਾਂ ਮੁੱਦਿਆਂ ਦੇ ਜਵਾਬ ਮੰਗਾ, ਉਹਦਾ 20 ਦਿਨਾਂ ਚ ਜਵਾਬ। ਭਾਵਨਾ ਤਾਂ ਹੈ ਵਾਦਾ ਉਹ ਕਰੋ ਜਿਹੜਾ ਪੂਰਾ ਕਰ ਸਕੇ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਗਰ ਤੁਸੀਂ ਮੈਨੂੰ ਮਹਿਕਮੇ ਦਾ ਪੁੱਛਿਆ, ਮੈਂ ਕਿਹਾ ਜੇ ਸਵਾਦ ਵਾਲਾ ਮਹਿਕਮਾ ਦੇਤਾ ਤਾਂ ਫਿਰ ਕੋਈ ਐਸੀ ਗੱਲ ਹੀ ਨਹੀਂ। ਜੇ ਮੰਤਰੀ ਕੁਝ ਕਰ ਹੀ ਨਹੀਂ ਸਕਦਾ ਫਿਰ ਮੰਤਰੀ ਕਾਹਦੇ ਵਾਸਤੇ ਬਣਿਆ ਹੈ? ਮੰਤਰੀ ਕੁਝ ਵੀ ਕਰ ਸਕਦਾ ਹੈ, ਪਰ ਕਾਨੂੰਨ ਦੇ ਦਾਇਰੇ 'ਚ ਰਹਿ ਕੇ, ਅਗਰ ਕਾਨੂੰਨ ਦੇ ਦਾਇਰੇ 'ਚ ਕਿਸੇ ਨੇ ਗਲਤੀ ਕੀਤੀ ਹੈ ਤੇ ਮੰਤਰੀ ਉਹਨੂੰ ਕੁਝ ਵੀ ਕਰ ਸਕਦਾ ਹੈ। ਅਗਰ ਉਹਨੇ ਗਲਤੀ ਨਹੀਂ ਕੀਤੀ ਤਾਂ ਫਿਰ ਉਹਨੂੰ ਮੁੱਖ ਮੰਤਰੀ ਤੋਂ ਵੀ ਡਰਨ ਦੀ ਲੋੜ ਨਹੀਂ ਹੈ, ਫਿਰ ਕਿਸੇ ਹੋਮ ਮਿਨਿਸਟਰ ਤੋਂ ਡਰਨ ਦੀ ਵੀ ਲੋੜ ਨਹੀਂ। ਇਹ ਮੇਰਾ ਗੱਲ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਰਾਜਾ ਵੜਿੰਗ ਮੰਤਰੀ ਬਣੇ ਨੇ, ਪੋਰਟਫੋਲੀਓ ਕਹਿੰਦੇ ਸਵਾਦ ਵਾਲਾ ਦੇ ਦਿਓ। ਸਵਾਦ ਹੁਣ ਇਹਨਾਂ ਨੂੰ ਪਤਾ ਵੀ ਕਿਸ ਚ ਆਉਣਾ ਹੈ। ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨਜੋਤ ਸਿੰਘ ਮੱਕੜ, ਔਨ 에ਅਰ ਚੰਡੀਗੜ੍ਹ।